सिख कौम ਲਈ ਇੱਕ ਬਹੁਤ ਵੱਡਾ ਚੁਣੌਤੀ ਦਾ ਦਿਨ ਹੈਗਾ। ਪੰਜਾਬ ਸਰਕਾਰ ਨੇ SGPC ਅਮੈਂਡਮੈਂਟ ਐਕਟ ਲਿਆਣਾ ਹੈਗਾ, ਜਿਸ ਦੀਨ ਉਹਨਾਂ ਨੇ SGPC ਪੰਜਾਬ ਦੇ ਦਾਇਰੇ 'ਚ ਕਰਨੀ ਹੈਗੀ ਹੈ। ਔਰ ਇਸ ਤੋਂ ਇਲਾਵਾ ਧਾਰਾ 125 ਦੇ ਵਿੱਚ ਉਹਨਾਂ ਨੇ ਅਮੈਂਡਮੈਂਟ ਕਰਕੇ ਜਿਹੜਾ ਪ੍ਰਸਾਰ ਗੁਰੂ ਘਰ ਦਾ ਹੈਗਾ ਉਹ ਸਾਰਿਆਂ ਵਾਸਤੇ ਖੁੱਲਾ ਕਰਨਾ ਹੈਗਾ ਔਰ ਇਹ ਇਹਨਾਂ ਨੇ ਸਟੇਟ ਲੈਜਿਸਲੇਚਰ 'ਚ ਪਾਸ ਕਰਨਾ ਹੈਗਾ। ਸਾਡੀ ਪਾਰਟੀ ਲੰਬੇ ਸਮੇਂ ਤੋਂ PTC ਦੇ ਬਰਖਲਾਫ ਗੱਲ ਕਰ ਰਹੀ ਹੈ ਔਰ ਸੁਧਾਰ ਲਿਆਉਣ ਦੇ ਯਤਨ 'ਚ ਹੈ। ਸਵਾਲ ਇਹ ਨਹੀਂ ਹੈ ਕਿ ਸੁਧਾਰ ਗੁਰੂ ਘਰ 'ਚ ਹੋਣਾ ਚਾਹੀਦਾ, ਸਵਾਲ ਇਹ ਹੈ ਕਿ ਉਹ ਸੁਧਾਰ ਕਿਸ ਰੂਪ 'ਚ ਕਿਵੇਂ ਕੀਤਾ ਜਾ ਸਕਦਾ ਹੈਗਾ। ਜੋ ਅੱਜ ਹੋ ਰਿਹਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਜਦ SGPC ਦੀਆਂ ਲੜਾਈਆਂ ਚੱਲਦੀਆਂ ਸੀਗੀਆਂ, ਜਦ ਜਥੇ ਚੱਲਦੇ ਸੀਗੇ, ਉਹਦੇ ਵਿੱਚ ਲਾਜ਼ ਆਫ ਸਿੱਖ ਗੁਰਦੁਆਰਾਜ਼ ਇਨ ਇੰਡੀਆ ਡਾਕਟਰ ਕਸ਼ਮੀਰ ਸਿੰਘ ਦੀ ਕਿਤਾਬ ਹੈ। ਉਹਦੇ ਵਿੱਚ ਜਦ ਨਨਕਾਣਾ ਸਾਹਿਬ ਦੀ ਜਿੱਤ ਹੋਈ ਤਾਂ ਮਹਾਤਮਾ ਗਾਂਧੀ ਉੱਥੇ ਆਏ। ਉਹਦਾ ਮੈਂ ਕੋਟ ਕਰਦਾ, ਮਹਾਤਮਾ ਗਾਂਧੀ had also been suggesting the Sikhs to give the movement for national freedom priority over that of the Gurdwara reform, as the Gurdwaras would be free automatically on attaining the independence. Sardar Kartar Singh Chabbar, the prominent Sikh leader, retorted, the British would not leave India soon because of Gandhi's non-cooperation movement. In case they did and India became independent, our Gurdwaras would be in greater danger under the Hindu majority rule. Now the government does not interfere when we take control of Gurdwaras. During the Hindu Raj, we would not be able to take control from Mahants with Hindu leanings. It would not be difficult but absolutely impossible. ਇਹ ਜਦ SGPC ਬਣੀ ਸੀ, ਇਹਦੇ ਵਿੱਚ ਜਿਹੜੇ ਸਾਡੇ ਬਣਾਉਣ ਵਾਲੇ ਸੀਗੇ ਉਹਨਾਂ ਨੇ ਇਹ ਦੇਖਿਆ ਸੀਗਾ ਕਿ ਇਹ ਮੁੱਖ ਧਾਰਾ ਦੇ ਕੰਟਰੋਲ 'ਚ ਨਹੀਂ ਆਣੀ ਚਾਹੀਦੀ। ਹੁਣ ਮੈਂ ਮੁੱਖ ਧਾਰਾ ਕਿਉਂ ਕਹਿੰਦਾ ਹੈਗਾ, ਕਿਉਂਕਿ ਕੇਜਰੀਵਾਲ ਸਾਹਿਬ ਨੇ ਗੁਜਰਾਤ ਤੇ ਚੋਣਾਂ ਦੇ ਵਿੱਚ ਸਪਸ਼ਟ ਰੂਪ 'ਚ ਕਿਹਾ ਹੈਗਾ ਕਿ ਅਸਲੀ ਹਿੰਦੁਤਵਾ ਆਮ ਆਦਮੀ ਪਾਰਟੀ ਕਰਦੀ ਹੈ। ਇਸ ਪਾਰਟੀ ਨੇ ਸੁਝਾਅ ਦਿੱਤਾ ਹੈਗਾ ਕਿ ਅਸੀਂ ਸਤਿਕਾਰਯੋਗ ਹਿੰਦੂ ਧਰਮ ਦੇ ਲక్ష్ਮੀ ਮਾਤਾ ਜੀ ਨੂੰ ਆਪਣੇ ਨੋਟਾਂ ਤੇ ਛਾਪੀਏ, ਜਿਹਦੇ ਨਾਲ ਦੇਸ਼ 'ਚ ਵਾਧਾ ਹੋਊਗਾ। ਹੁਣ ਜਿਹੜੀ ਸਿੱਖ ਧਰਮ ਹੈ ਉਹ ਏਕ ਓਂਕਾਰ 'ਚ ਮੰਨਦੀ ਹੈ, ਦੇਵੀ ਦੇਵਤਿਆਂ 'ਚ ਨਹੀਂ ਮੰਨਦੀ ਹੈਗੀ। ਇਹ ਜਦ ਸਾਡੀ ਗੁਰਦੁਆਰਿਆਂ ਦੀ ਆਜ਼ਾਦੀ ਹੋਈ ਸੀ, ਇੱਕ ਮੁੱਖ ਮੁੱਦਾ ਇਹੀ ਦੇਵਤਾ ਦੇਵਤਿਆਂ ਦੇ ਆਪਣੇ ਗੁਰੂ ਘਰਾਂ 'ਚੋਂ ਮੂਰਤੀਆਂ ਆਦਿ ਕੱਢਣ ਦਾ ਇੱਕ ਮਕਸਦ ਸੀਗਾ। ਜਦ ਇਹ ਛਾਪ ਕੇ ਹੁਣ ਨੋਟਾਂ ਤੇ ਪਾ ਦੇਣਗੇ, ਜਦ ਤੁਸੀਂ ਆਪਦੀ ਭੇਟਾ ਗੁਰੂ ਘਰ 'ਚ ਪਾਉਂਗੇ, ਮੁੜ ਕੇ ਉਹੀ ਕੰਮ ਸ਼ੁਰੂ ਹੋ ਜਾਊਗਾ। ਕਿਉਂਕਿ ਗੁਰਦੁਆਰਿਆਂ ਨੂੰ ਮੁੱਖ ਧਾਰਾ ਦੀ ਸੋਚ ਦੀ ਨਹੀਂ ਸੀ ਰੱਖਣਾ, ਇਸ ਕਰਕੇ ਆਪਣੇ ਸਿੱਖਾਂ ਦੀ ਪਾਰਲੀਮੈਂਟ SGPC ਥਾਪੀ ਗਈ ਸੀਗੀ। ਔਰ ਜਿਹੜਾ ਇਹਦਾ ਕਾਨੂੰਨ ਸੀਗਾ ਉਹਦੇ ਵਿੱਚ ਸਟੇਟ ਦਖਲ ਨਹੀਂ ਦਿੰਦਾ। ਜੇ SGPC ਕੋਈ ਤਬਦੀਲੀ ਆਪਣੇ ਹਾਊਸ 'ਚੋਂ ਸਟੇਟ ਨੂੰ ਕਵੇ ਤਾਂ ਉਹ ਤਬਦੀਲੀ ਹੁੰਦੀ ਹੈ, ਨਾ ਕਿ ਸਟੇਟ ਜਾ ਕੇ ਕਹੇ ਕਿ TV ਕਿਹਦੇ ਪੱਖ 'ਚ ਕਿਹਦੇ ਪੱਖ 'ਚ ਨਹੀਂ ਹੋਣੀ ਚਾਹੀਦੀ। ਜੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਗੁਰਬਾਣੀ ਜੋ ਕਿ ਸੱਚ ਹੈ, ਹਰੇਕ ਦੀ ਅਮਾਨਤ ਹੈ, ਤਾਂ ਫਿਰ ਉਹ ਗੁਰਬਾਣੀ ਦਾ ਪ੍ਰਸਾਰ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਉੱਥੋਂ ਕਿਉਂ ਨਹੀਂ ਚਾਲਨ ਚਲਾ ਲੈਂਦੇ? ਇਹ ਕੌਣ ਕਹਿੰਦਾ ਹੈ ਕਿ ਇੱਕੋ ਬਾਣੀ ਸਿਰਫ ਹਰਮੰਦਰ ਸਾਹਿਬ ਤੋਂ ਆਉਂਦੀ ਹੈਗੀ ਹੈ? ਜਿੱਥੇ ਗੁਰੂ ਗ੍ਰੰਥ ਸਾਹਿਬ ਵੱਸਦੇ ਆ ਉੱਥੋਂ ਤੁਸੀਂ ਬਾਣੀ ਪ੍ਰਸਾਰ ਕਰ ਸਕਦੇ ਆ। ਜੇ ਬਾਣੀ ਪ੍ਰਸਾਰ ਦਾ ਮਕਸਦ ਹੈ ਤਾਂ ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਥਾਪਿਤ ਕਰਕੇ ਉੱਥੋਂ ਚੈਲੰਜ ਚਲਾ ਕੇ ਚਲਾ ਲਓ। ਪਰ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਕੰਟਰੋਲ ਹੈ ਉਹ ਪੰਜਾਬ ਸਰਕਾਰ ਦਾ ਨਹੀਂ ਹੈਗਾ ਤੇ ਨਾ ਹੋਣਾ ਚਾਹੀਦਾ। ਉਹਦੇ ਵਾਸਤੇ ਬਾ ਕਾਨੂੰਨ SGPC ਸਿੱਖ ਗੁਰਦੁਆਰਾ ਐਕਟ ਅਧੀਨ ਬਣੀ ਹੋਈ ਹੈ, ਉਹਦੀ ਜ਼ਿੰਮੇਵਾਰੀ ਹੈ। ਉਹਦੇ 'ਚ ਕੜੈਤਾਂ ਬਹੁਤ ਹੈ, ਉਹਦੇ ਵਿੱਚ ਨੁਕਸਾਨ ਬਹੁਤ ਹੈ। ਅਸੀਂ ਲਗਾਤਾਰ 328 ਸਰੂਪਾਂ ਦਾ, ਲਗਾਤਾਰ ਇੱਥੇ PTC ਦਾ ਮੁੱਦਾ, ਜਿਹੜੀਆਂ ਸਿਗਰਟਾਂ ਇੱਥੇ ਚਲਾਈਆਂ ਗਈਆਂ ਹੈਗੀਆਂ, ਜਿਹੜੀ ਅਕਾਲੀ ਦਲ ਨੇ ਸਿਗਰਟਾਂ ਬਣਾਉਣ ਵਾਲੇ ਤੋਂ ਪੈਸੇ ਲਿੱਤੇ ਹੋਏ ਹੈਗੇ ਆ, ਜਿੱਥੇ ਬਰਗਾੜੀ ਦਾ ਮਸਲਾ ਹੈਗਾ, ਅਸੀਂ ਲਗਾਤਾਰ ਉਹਦੇ ਬਰਖਲਾਫ ਤੁਰੇ ਆ। ਸਾਨੂੰ ਇੰਨਾ ਜ਼ੋਰ ਕਿਉਂ ਲਾਣਾ ਪੈਂਦਾ ਹੈ? ਕਿਉਂਕਿ ਜੋ ਜ਼ਿੰਮੇਵਾਰੀ ਭਾਰਤ ਅਤੇ ਪੰਜਾਬ ਸਰਕਾਰ ਦੀ ਹੈਗੀ ਉਹ ਹੈਗੀ ਹੈ SGPC ਦੇ ਚੋਣ ਕਰਾਣਾ। 1947 ਤੋਂ ਬਾਅਦ ਭਾਰਤ ਸਰਕਾਰ, ਪੰਜਾਬ ਸਰਕਾਰ ਨੇ ਧਾਰਾ 85 ਜੋ ਕਿ ਸੈਂਟਰ ਨੇ ਕਰਾਣੇ ਹੁੰਦੇ ਆ, ਔਰ ਧਾਰਾ 87 ਦੇ ਗੁਰੂ ਘਰ ਜਿਹੜੇ ਆਪਣੇ ਲੋਕਲ ਕਮੇਟੀ ਦੇ ਹੁੰਦੇ ਆ ਉਹ ਪੰਜਾਬ ਸਰਕਾਰ ਨੇ ਕਰਾਣੇ ਹੁੰਦੇ ਆ। ਉਹਨਾਂ ਦੇ ਚੋਣ ਹੀ ਨਹੀਂ ਕੀਤੇ ਹੈਗੇ। ਇਹ ਜਿੱਥੇ 18ਵੀਂ ਲੋਕ ਸਭਾ 2024 ਚ ਆ ਰਹੀ ਹੈ, ਉੱਥੇ ਗੁਰੂ ਘਰ ਦੇ ਚੋਣ ਸਿਰਫ 8 ਵਾਰੀ ਹੋਏ ਹੈਗੇ ਆ। ਸਾਡੀ ਜਮਹੂਰੀਅਤ ਖਤਮ ਕਰਤੀ। ਜਿਹੜਾ ਉੱਥੇ ਗੰਦਾ ਪਾਣੀ ਖੜ ਜਾਂਦਾ ਹੈ,
ਜਿਹੜਾ ਮੁਸ਼ਕ ਮਾਰਦਾ ਹੈ ਉਹਨੂੰ ਸਾਫ਼ ਨਵਾਂ ਪਾਣੀ ਇਹ ਚੋਣ ਕਰਾਉਂਦੇ ਹੀ ਨਹੀਂ ਹੈਗੇ। ਤਾਂ ਹੀ ਇਹ ਮਹੰਤ ਉੱਥੇ ਬੈਠੇ ਹੋਏ ਆ, ਮਹੰਤਾਂ ਨੇ ਉੱਥੇ ਕਬਜ਼ੇ ਕੀਤੇ ਹੋਏ ਆ, ਬਾਦਲਾਂ ਨੇ ਪੀਟੀਸੀ ਦਾ ਕੀਤਾ ਹੋਗਾ, ਕਿਉਂਕਿ ਸਰਕਾਰਾਂ ਚੋਣਾਂ ਹੀ ਨਹੀਂ ਕਰਾਉਂਦੀਆਂ, ਆਪ ਚੋਣ ਨਹੀਂ ਕਰਾਉਂਦੀਆਂ, ਮੁੜ ਕੇ ਕਹਿੰਦੀਆਂ ਕਿ ਇਹਦੇ ਵਿੱਚ ਘੁੜੈਤਾਂ ਹੈ ਤੇ ਕਾਨੂੰਨ ਫੇਰ ਮੁੱਖ ਧਾਰਾ ਵਾਲੇ ਜਿਹੜੇ ਵਿਧਾਨ ਸਭਾ ਹੈਗੇ ਆ ਉਹਦੇ ਵਿੱਚ ਜਾ ਕੇ ਕਾਨੂੰਨ ਪਾਸ ਕਰਦੀਆਂ, ਜਦ ਕਿ ਐਸਜੀਪੀਸੀ ਦੀ ਮਰਿਆਦਾ ਅਧੀਨ ਸਿਰਫ ਤੇ ਸਿਰਫ ਅੰਮ੍ਰਿਤਧਾਰੀ ਸਿੱਖ ਐਸਜੀਪੀਸੀ ਦੀ ਮੈਂਬਰਸ਼ਿਪ ਲਈ ਖੜੇ ਹੋ ਸਕਦੇ ਆ। ਉਹਨਾਂ ਨੇ ਗੁਰਮਰਿਆਦਾ ਅਧੀਨ ਆਪਣਾ ਕਾਰਜਕਾਰੀ ਕਰਨੇ ਹੋਣੇ ਆ ਔਰ ਉਹ ਆਪਣੇ ਹਾਊਸ ਦੇ ਵਿੱਚ ਆਪਣੇ ਗੁਰੂ ਘਰਾਂ ਦੀ ਸਿਹਤ ਵਾਸਤੇ ਕਾਨੂੰਨ ਪਾਸ ਕਰਦੇ ਆ। ਹਾਊਸ ਨੂੰ ਗੰਦੇ ਪਾਣੀ ਦਲਦਲ ਇੱਕ ਬਿਲਕੁਲ ਖੜਾ ਕਰਤਾ ਹੈ ਤੇ ਚੋਣ ਕਰਾਣੇ ਨਹੀਂ ਹੈਗੇ। ਜਿਹੜੀ ਲੋਕਾਂ ਦੇ ਮਨ 'ਚ ਰੋਸ ਹੈ ਉਹ ਜਾ ਕੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦੇਣਾ ਹੈ ਔਰ ਉਹ ਬਿਲਕੁਲ ਗਲਤ ਹੈ, ਗੈਰ ਕਾਨੂੰਨਨ ਹੈ। ਜੇ ਤੁਸੀਂ ਧਾਰਾ 144 ਦੇਖੋ ਜਿਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ, ਆ ਧਾਰਾ 144 ਸਿੱਖ ਗੁਰਦੁਆਰਾ ਐਕਟ ਦੀ ਕੀ ਕਹਿੰਦੀ ਹੈ? Government not to interfere with gurdwaras except as provided by this act or any other act. Save as provided in this or any other act, it shall not be lawful for the state government or for any executive officer of the state government in his official capacity to undertake or assume the superintendence of any land or other property granted for the support of or otherwise belonging to any notified Sikh Gurdwara, to take any part in the management or appropriation of any endowments made for its maintenance, or to nominate or appoint any office holder of or to be concerned in any way with such Gurdwaras. ਇਹ ਸਪਸ਼ਟ ਧਾਰਾ 144 ਕਹਿੰਦੀ ਹੈ ਕਿ ਸਟੇਟ ਗਵਰਨਮੈਂਟ ਸਾਡੇ ਗੁਰੂ ਘਰਾਂ ਦੇ ਉੱਤੇ ਕੋਈ ਵੀ ਤਰ੍ਹਾਂ ਦੀ ਇੰਟਰਫੇਰੈਂਸ ਨਹੀਂ ਕਰ ਸਕਦੀ। ਹੁਣ ਕਾਨੂੰਨ ਬਣਾ ਕੇ ਉਹਦੇ ਉੱਤੇ ਲਾਗੂ ਕਰ ਦੇਣਾ, ਇਹ ਇੰਟਰਫੇਰੈਂਸ ਕਿਉਂ ਨਹੀਂ ਹੈਗੀ? ਹਰੇਕ ਕਹਿੰਦਾ ਹੈ ਕਿ ਉੱਥੋਂ ਦਾ ਪ੍ਰਸਾਰ ਮੁਫਤ ਹੋਣਾ ਚਾਹੀਦਾ ਹੈ, ਪਰ ਕਿਹਦੇ ਹੱਥੋਂ ਹੋਣਾ ਚਾਹੀਦਾ ਹੈ? ਐਸਜੀਪੀਸੀ ਦੇ ਹੱਥੋਂ ਹੋਣਾ ਚਾਹੀਦਾ ਹੈ, ਨਾ ਕਿ ਪੰਜਾਬ ਸਰਕਾਰ ਜਿਹੜੀ ਹਰੇਕ ਵਾਰ ਆਪਣੇ ਆਪ ਨੂੰ ਹਿੰਦੂਤਵਾ ਆਮ ਆਦਮੀ ਪਾਰਟੀ ਕਹਿੰਦੀ ਹੈ ਉਹ ਸਾਡੇ ਗੁਰੂ ਘਰਾਂ ਦੇ ਉੱਤੇ ਸਾਨੂੰ ਆਦੇਸ਼ ਦੇਵੇ ਕਿ ਤੁਸੀਂ ਐ ਚਲਾਓ ਜਾਂ ਉਹ ਚਲਾਓ। ਇਹ ਸਫਾਈ ਤਾਂ ਹੋਊਗੀ ਜੇ ਇਲੈਕਸ਼ਨ ਟਾਈਮ ਸਿਰੇ ਬਾਰ-ਬਾਰ ਹੋਣ। ਇਹ ਕੀ ਸਮਝਦੇ ਆ ਕਿ ਸਿੱਖ ਆਪਣੇ ਗੁਰੂ ਘਰ ਸਾਫ਼ ਨਹੀਂ ਕਰ ਸਕਦੇ ਹੈਗੇ? ਇਹਨਾਂ 'ਚ ਕਿਉਂ ਹੁਮੇ ਹੈਗੀ ਹੈ? ਤੁਸੀਂ ਸਾਡੇ ਇਲੈਕਸ਼ਨ ਕਰਾਓ, ਅਸੀਂ ਬਾਦਲਾਂ ਦੀ ਮੰਜੀ ਪਲੇ ਕਰਕੇ ਉੱਥੇ ਕੱਢ ਕੇ ਦਿਖਾਉਂਦੇ ਹੈਗੇ ਆ। ਤੁਸੀਂ ਕੌਣ ਹੁੰਦੇ ਹੋ ਕਿ ਆਪਣੇ ਉੱਥੇ ਜਿਹੜੇ ਇੱਕ ਪਾਸੇ ਉਹ ਰਾਮ ਰਹੀਮ ਨੂੰ ਤੁਸੀਂ ਫੇਵਰ ਕਰਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਹਿੰਦੂਤਵਾ ਦੀ ਤੁਸੀਂ ਆਰਮੀ ਹੋ, ਉਹ ਸਾਡੇ ਗੁਰੂ ਘਰਾਂ 'ਚ ਆ ਕੇ ਸਫਾਈ ਦਿਖਾਏ। ਸਾਡਾ ਬਿਲਕੁਲ ਡੈਮੋਕ੍ਰੈਟਿਕ ਫੰਕਸ਼ਨਿੰਗ ਤੁਸੀਂ ਭੰਗ ਕਰਤੀ ਹੈ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਬਿਹਤਰੀ ਕਰਕੇ ਦਿਖਾਵਾਂਗੇ। ਤੁਸੀਂ ਕੌਣ ਹੁੰਦੇ ਹੋ? ਤੁਸੀਂ ਤਾਂ ਗੁਰੂ ਸਾਹਿਬ ਦੇ ਗੁਰੂ ਕੇ ਸਿੱਖ ਵੀ ਨਹੀਂ ਬਣ ਸਕਦੇ ਹੈਗੇ, ਤੁਸੀਂ ਆਪਣੇ ਕਕਾਰ ਵੀ ਨਹੀਂ ਰੱਖ ਸਕਦੇ ਹੈਗੇ। ਹਰੇਕ ਬੰਦਾ ਜਿਹੜਾ ਇਹ ਲਾਅ ਪਾਸ ਕਰਨ ਆ ਰਿਹਾ ਹੈਗਾ ਉਹ ਕਕਾਰਾਂ ਤੋਂ ਵਾਂਝਾ ਹੋ ਕੇ ਹੁਣ ਐਸਜੀਪੀਸੀ ਜਿਹੜਾ ਮੈਂਬਰ ਬਣਦਾ ਉਹ ਕਕਾਰਾਂ ਦੇ ਅਧੀਨ ਹੁੰਦਾ ਹੈਗਾ। ਉਹ ਗੁਰੂ ਦੀ ਮੰਨਦਾ, ਗੁਰੂ ਕਾ ਬਣ ਕੇ ਉਹ ਗੁਰੂ ਘਰ ਸੰਭਾਲਦਾ ਹੈਗਾ। ਤੁਸੀਂ ਗੁਰੂ ਕੇ ਬਣ ਕੇ ਐਸਜੀਪੀਸੀ ਚੋਣਾਂ 'ਚ ਹਿੱਸਾ ਲੈ ਲਓ, ਫੇਰ ਤਬਦੀਲੀਆਂ ਕਰ ਲਓ। ਤੁਸੀਂ ਗੁਰੂ ਕੇ ਬਣ ਕੇ ਆਪਣਾ ਜਿੰਨਾ ਮਰਜ਼ੀ ਇਲੈਕਸ਼ਨ 'ਚ ਹਿੱਸਾ ਲੈਣਾ ਐਸਜੀਪੀਸੀ 'ਚ ਉਸ 'ਚ ਤੁਸੀਂ ਕਰਕੇ ਆਪ ਉੱਥੇ ਕਰਕੇ ਦਿਖਾ ਦਿਓ, ਪਰ ਸਾਡੇ ਉੱਤੇ ਦੀ ਹੋ ਕੇ ਸਿੱਖਾਂ ਦੀ ਪਾਰਲੀਮੈਂਟ ਦੇ ਉੱਤੇ ਹੋ ਕੇ ਤੁਸੀਂ ਜਿਹੜੇ ਕਾਨੂੰਨ ਸਾਡੇ ਤੇ ਲਾਗੂ ਕਰਦੇ ਹੋ, ਇਹ ਬਹੁਤ ਮਾੜਾ ਪ੍ਰੈਸੀਡੈਂਟ ਤੁਸੀਂ ਛੇੜਿਆ। ਇਹਨੂੰ ਕਹਿੰਦੇ ਆ ਸਲਿਪਰੀ ਸੋਪ। ਅੱਜ ਤੁਸੀਂ ਇਹ ਕੀਤਾ ਹੈਗਾ, ਕੱਲ ਤੁਸੀਂ ਜਿਵੇਂ ਉਹ ਅਕਸ਼ੇ ਕੁਮਾਰ ਕਹਿੰਦਾ ਹੈ ਕਿ ਸਾਰੇ ਕਿਤੇ ਤਾਂ ਗੁਰਬਾਣੀ 'ਚ ਰਾਮ ਜੀ ਦਾ ਵੇਰਵਾ ਦਿੱਤਾ ਹੋਇਆ, ਉਹ ਵੀ ਹਿੰਦੂ ਹੈ, ਜਿਵੇਂ ਸਾਨੂੰ ਤੁਸੀਂ ਹਿੰਦੂ ਧਰਮ ਦਾ ਹਿੱਸਾ ਬਣਾਉਣ ਦੇ ਯਤਨ 'ਚ ਕਰ ਦੋਗੇ। ਇਹ ਕੰਮ ਨਹੀਂ ਹੋਣਾ। ਸਮੂਹ ਸਿੱਖ ਜਗਤ ਨੂੰ ਜਾਗ ਕੇ ਇਹਦੇ ਉੱਤੇ ਬਹੁਤ ਕਿਹੜੀ ਨਿਗਾਹ ਪਾਣੀ ਪੈਣੀ ਹੈਗੀ ਹੈ। ਇਹ ਸਿੱਖਾਂ ਨੂੰ ਉੱਠ ਕੇ ਆਪਣੀ ਲੜਾਈ ਲੜਨੀ ਪੈਣੀ ਹੈ। ਸਟੇਟ ਸਾਡੇ ਗੁਰੂ ਘਰ ਦੇ ਵਿੱਚ ਕਾਨੂੰਨ ਨਹੀਂ ਪਾ ਸਕਦਾ ਹੈਗਾ, ਉਹ ਸਿਰਫ ਤੇ ਸਿਰਫ ਐਸਜੀਪੀਸੀ ਦੇ ਕਹੇ ਤੇ ਕਾਨੂੰਨ ਪਾ ਸਕਦਾ ਹੈਗਾ। ਐਸਜੀਪੀਸੀ ਦੇ ਜਿਹੜੇ ਕਮੀਆਂ ਉਹ ਤੁਹਾਡੇ ਸਟੇਟ ਦੇ ਚੋਣ ਨਾ ਕਰਾਉਣ ਕਰਕੇ ਇਹ ਕਮੀਆਂ। ਇਹ ਤੁਸੀਂ 13 ਸਾਲ ਸਾਡੇ ਚੋਣ ਨਹੀਂ ਕਰਾਏ ਹੈਗੇ, ਫੇਰ ਕਹਿੰਦੇ ਹੋ ਕਿ ਬੜੇ ਗੰਦੇ ਬੰਦੇ ਉੱਥੇ ਰਹਿੰਦੇ ਆ, ਜਦ ਸਫਾਈ ਦਾ ਮੌਕਾ ਹੀ ਨਹੀਂ ਦੇਣਾ, ਜਦ ਤੁਸੀਂ ਚੋਣ ਹੀ ਨਹੀਂ ਕਰਾਣੇ, ਸਿੱਖਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਮੌਕਾ ਨਹੀਂ ਦੇਣਾ, ਤੇ ਸਾਨੂੰ ਫਿਰ ਮੈਲੇ ਤੇ ਮਲੇਸ਼ ਤੇ ਗੰਦੇ ਕਹਿ ਕੇ ਆਪਣੇ ਕਾਨੂੰਨ ਥੋਪ ਦੇਣੇ। ਇਹ ਗਲਤ ਹੈ। ਇਹ ਬਿਲਕੁਲ ਆਪ ਦੀ ਬਿਲਕੁਲ ਹਿੰਦੂਤਵਾ ਆਈਡੀਓਲੋਜੀ ਹੈ ਤੇ ਸਾਡੇ ਗੁਰੂ ਘਰ ਦੇ ਉੱਤੇ ਇਹਨਾਂ ਨੇ ਕਬਜ਼ੇ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ। ਆਪਾਂ ਪ੍ਰੋਗਰਾਮ ਬਣਾਈਏ, ਆਪਾਂ ਨੂੰ ਵੱਡੇ ਇਕੱਠ ਰੱਖਣੇ ਪੈਣੇ ਆ ਤਾਂ ਕਿ ਇਹਨਾਂ ਦੀ ਅਕਲ ਟਿਕਾਣੇ ਆਏ।
ਕਿ ਤੁਸੀਂ ਸਾਡੇ ਗੁਰੂ ਘਰਾਂ ਦੇ ਉੱਤੇ ਕਬਜ਼ੇ ਨਹੀਂ ਕਰ ਸਕਦੇ। ਆਪਾਂ ਨੂੰ ਇੱਕ ਡੇਟ ਸੈੱਟ ਕਰਨੀ ਚਾਹੀਦੀ ਹੈ ਤੇ ਐਡਾ ਵੱਡਾ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਹੈ ਇਹ ਧੱਕੇਸ਼ਾਹੀ ਦੇ ਬਰਖਲਾਫ ਕਿ ਇਸ ਸਰਕਾਰ ਨੂੰ ਅਕਲ ਆ ਜੇ। ਇਹ ਚਾਹੇ ਆਪਾਂ ਅੰਮ੍ਰਿਤਸਰ ਸਾਹਿਬ ਰੱਖੀਏ, ਚੰਡੀਗੜ੍ਹ ਰੱਖੀਏ, ਚਾਹੇ ਆਪਾਂ ਆਨੰਦਪੁਰ ਸਾਹਿਬ, ਚਾਹੇ ਆਪਾਂ ਦਮਦਮਾ ਸਾਹਿਬ, ਕਿਸੇ ਵੀ ਤਖਤ ਤੇ ਜਾਂ ਸਾਰੇ ਥਾਂ ਇਕੱਠਾ ਰੱਖੀਏ ਤਾਂ ਕਿ ਇਹਨਾਂ ਨੂੰ ਬਿਲਕੁਲ ਅਕਲ ਟਿਕਾਣੇ ਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਯਾਰ ਤੁਸੀਂ ਤਾਂ ਜਾ ਕੇ ਜਿਹੜੇ ਪ੍ਰਚਾਰ ਕਰਦੇ ਆ ਉਹ ਅੰਮ੍ਰਿਤਪਾਲ ਨੇ ਕੀ ਕਹਿੰਦੇ ਆ ਆਪਣੇ ਅੰਮ੍ਰਿਤ ਪ੍ਰਚਾਰ ਕੀਤਾ, ਨਾਲੇ ਨਸ਼ਾ ਛਡਾਏ। ਉਹਨਾਂ ਨੂੰ ਤਾਂ ਤੁਸੀਂ ਜਿਹੜੇ ਭਗਤ ਸਿੰਘ ਨੇ ਕਾਨੂੰਨ ਦੇ ਬਰਖਲਾਫ ਆਵਾਜ਼ ਉਠਾਈ ਸੀ, ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਰੌਲਟ ਐਕਟ ਤੋਂ ਬਣਿਆ ਹੈਗਾ, ਉਹਦੇ ਵਿੱਚ ਤਾਂ ਤੁਸੀਂ ਸਾਡੇ ਪ੍ਰਚਾਰਕ ਅੰਦਰ ਕਰਤੇ। ਹੁਣ ਤੁਸੀਂ ਕੀ ਸਾਨੂੰ ਸਿੱਖੀ ਸਮਝਾ ਸਕਦੇ ਹੋ? ਇਹ ਬਹੁਤ ਮਾੜੀ ਨੀਤ ਸਰਕਾਰ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।